ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ, ਰੀਸਾਂ ਕਰੇ ਮਨੋ ਕੁਸੁੱਧਾ ਕਾਲੀਆਂ, ਬਾਹਰ ਚਿੱਟਵੀਆਂ। ਰੀਸਾਂ ਕਰੇ ਤੇ ਨਾੜੀਆਂ, ਜੋ ਸੇਵੇ ਦਰ ਖੜੀਆਂ। ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ। ਹੁੰਦੇ ਤਾਣ ਨਿਤਾਣੀਆਂ, ਰਹੇ ਨਿਮਾਨਣੀਆਂ। ਨਾਨਕ ਜਨਮ ਸਿਖਾਰਥਾ ਸਿਖਾਰਥਾ, ਜੇ ਤਿਨ ਕੇ ਸੰਗ ਮਿਲਾ। ਮੰਨੈ ਪਾਵੈ ਮੋਖ ਦੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਚੱਲ ਰਹੀ ਕਥਾ ਦੌਰਾਨ ਮੰਨੇ ਪਾਵੇ ਮੋਖ ਦੁਆਰ, ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ ਮਨੁੱਖੀ ਮਨ ਜਿਹੜਾ ਹੈ ਇਹ ਫਸਿਆ ਪਿਆ ਵਾ, ਅਤੇ ਇਸ ਨੂੰ ਮੁਕਤੀ ਕਦੋਂ ਪ੍ਰਾਪਤ ਹੋਣੀ ਆ? ਜਦੋਂ ਰੱਬ ਦੇ ਨਾਮ ਦੇ ਨਾਲ ਜੁੜ ਜੂਗਾ। ਮੰਨੈ ਪਾਵੈ ਮੋਖ ਦੁਆਰ। ਸੁਰਤ ਨੇ ਮੁਕਤ ਹੋਣਾ ਹੈ, ਮਨ ਨੇ ਮੁਕਤ ਹੋਣਾ ਹੈ। ਪਰ ਕੁਝ ਲੋਕਾਂ ਨੇ ਮੁਕਤੀ ਦੇ ਹੋਰ ਵੀ ਕਈ ਤਰੀਕੇ ਦੱਸੇ ਨੇ ਅਤੇ ਕਈ ਤਰ੍ਹਾਂ ਦੀਆਂ ਮੁਕਤੀਆਂ ਦੱਸੀਆਂ ਹੋਈਆਂ ਨੇ। ਸਾਹਿਬ ਨੇ ਕਿਹਾ, ਕਾਲ ਨਾਹੀਂ ਸਮਾਂ ਨਹੀਂ ਆ ਭਾਈ, ਹੁਣ ਜੋਗ ਨਾਹੀਂ, ਤੁਸੀਂ ਜੋਗੇ ਅਭਿਆਸ ਕਰਦੇ ਹੋ। ਪੁਰਾਣੇ ਸਮੇਂ ਦੌਰਾਨ ਲੋਕੀ ਯੋਗਾ ਅਭਿਆਸ ਕਰਕੇ ਆਪਣੇ ਮੁਕਤੀ ਪ੍ਰਾਪਤ ਕਰ ਲੈਂਦੇ ਸੀ। ਸਾਹਿਬ ਕਹਿੰਦੇ ਹੁਣ ਸਮਾਂ ਨਹੀਂ ਗਾ, ਉਹ ਤੁਸੀਂ ਯੋਗ ਸਾਧਨਾ ਕਰਕੇ ਕਿਸੇ ਮੁਕਤੀ ਨੂੰ ਪ੍ਰਾਪਤ ਕਰ ਲਓਗੇ। ਕਾਲ ਨਾਹੀਂ, ਸਮਾਂ ਨਹੀਂ ਹੈ। ਯੋਗ ਨਾਹੀਂ, ਯੋਗਾ ਅਭਿਆਸ ਕਰਨ ਦਾ। ਨਾ ਹੀ ਸੱਤ ਕਾ ਢੱਬ, ਢੱਬ ਕਹਿੰਦੇ ਨੇ ਤਰੀਕੇ ਨੂੰ। ਸੱਤ ਦੀ ਪ੍ਰਾਪਤੀ ਦਾ ਇਹ ਹੁਣ ਤਰੀਕਾ ਨਹੀਂ ਗਾ ਜਿਹੜਾ ਤੁਸੀਂ ਕਹਿ ਰਹੇ ਹੋ। ਕਿਉਂ? ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤ ਆਵੇ ਜਗ, ਬਸ ਕਲਮੇ ਰਾਮ ਨਾਮ ਸਾਰ। ਅੱਖੀ ਤਾਂ ਮੀਟੇ ਨਾਕ ਪਕੜੇ, ਠੱਗਣ ਕੋ ਸੰਸਾਰ। ਸਾਹਿਬ ਕਹਿੰਦੇ ਇਸ ਸਮੇਂ ਦੌਰਾਨ ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜ ਗਿਆ ਉਹਨੂੰ ਮੁਕਤੀ ਪ੍ਰਾਪਤ ਹੋਣੀ ਆ। ਪਰ ਮੁਸਲਮਾਨੀ ਸ਼ਰ੍ਹਾ ਦੇ ਵਿੱਚ ਜਿਹੜੀ ਅਸੀਂ ਮੁਕਤੀ ਪੜ੍ਹਦੇ ਹਾਂ, ਉਹ ਕਹਿੰਦੇ ਆ ਵੀ ਜਿਹੜਾ ਪੈਗੰਬਰ ਨੂੰ ਮੰਨੇਗਾ ਅਤੇ ਮਰਨ ਤੋਂ ਬਾਅਦ ਉਹਨੂੰ ਜੰਨਤ ਪ੍ਰਾਪਤ ਹੋਣੀ ਹੈ। ਕਬੀਰ ਸਾਹਿਬ ਨੇ ਆਖਿਆ, ਮੂਏ ਕਿਆ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦਉ ਰਾਧੇ। ਅਸੀਂ ਜਿਹੜੀ ਲੋਕਾਂ ਨੇ ਮੁਕਤੀ ਮੰਨੀ ਉਸ ਨੂੰ ਵੀ ਨਹੀਂ ਮੰਨਦੇ। ਜਿਹੜਾ ਲੋਕਾਂ ਨੇ ਨਰਕ ਮੰਨਿਆ ਵਾ, ਸਵਰਗ ਮੰਨਿਆ, ਅਸੀਂ ਦੋਵਾਂ ਨੂੰ ਰੱਦ ਕਰ ਦਿੱਤਾ ਹੈ। ਕਿਆ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦਉ ਰਾਧੇ। ਹਮ ਕਾਹੂੰ ਕੀ ਕਾਨ ਨ ਕੱਢਤੇ, ਆਪਣੇ ਗੁਰ ਪ੍ਰਸਾਦੇ।
ਸਾਡੇ 'ਤੇ ਗੁਰੂ ਦੀ ਕਿਰਪਾ ਹੈ, ਅਸੀਂ ਨਰਕ ਸਵਰਗ ਦੀਆਂ ਜਿਹੜੀਆਂ ਤੁਸੀਂ ਤਸਵੀਰਾਂ ਬਣਾਈਆਂ ਹੋਈਆਂ ਨੇ, ਜਿਨ੍ਹਾਂ ਨੂੰ ਤੁਸੀਂ ਪਏ ਮੰਨਦੇ ਹੋ, ਅਸੀਂ ਉਸ ਨਾਲ ਸਹਿਮਤ ਨਹੀਂ ਹਾਂ। ਕਬੀਰ ਸਾਹਿਬ ਮੁਸਲਮਾਨੀ ਸ਼ਰ੍ਹਾ ਦੇ ਅੰਦਰ ਇਹ ਲਿਖਿਆ ਹੋਇਆ ਵਾ ਕਿ ਜਦੋਂ ਤੁਸੀਂ ਪੈਗੰਬਰ ਨੂੰ ਮੰਨੋਗੇ ਤੇ ਤੁਸੀਂ ਜੰਨਤ ਵਿੱਚ ਜਾਓਗੇ, ਤੇ ਜੰਨਤ ਉਹਨਾਂ ਨੂੰ ਪ੍ਰਾਪਤ ਹੁੰਦੀ ਆ ਜਿਹੜੇ ਧਰਮ ਤੋਂ ਮਰ ਜਾਂਦੇ ਨੇ। ਇਹਨਾਂ ਲੋਕਾਂ ਨੂੰ ਲਾਲਚ ਦੇ ਦੇ ਕੇ ਭਟਕਾਇਆ ਜਾਂਦਾ, ਨੌਜਵਾਨਾਂ ਨੂੰ, ਤੇ ਦੁਨੀਆ 'ਤੇ ਫਿਰ ਇਹ ਖੂਨ ਖਰਾਬਾ ਲੋਕ ਕਰਦੇ ਨੇ, ਇਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਕਿਸੇ ਵੀ ਕੌਮ ਨੂੰ ਦਾ ਧਾਰਮਿਕ ਬੰਦਾ ਜਿਹਦੇ ਪਿੱਛੇ ਕੋਈ 2-4 ਵਿਅਕਤੀ ਖਲੋਤੇ ਹੋਣ, ਉਹ ਜਦੋਂ ਭੜਕਾਉਂਦਾ ਹੈ ਨਾ, ਤੇ ਫਿਰ ਉਹਦੇ ਮਗਰ ਲੋਕੀ ਲੱਗ ਜਾਂਦੇ ਆ। ਸਾਡਾ ਪੰਥ ਖਤਰੇ 'ਚ ਵਾ, ਅਸੀਂ ਗੁਲਾਮ ਵਾਂ, ਅਸੀਂ ਹਥਿਆਰ ਰੱਖਣੇ ਆ, ਅਸੀਂ ਆਜ਼ਾਦ ਹੋਣਾ ਵਾ। ਜਦੋਂ ਇਸ ਦੀਆਂ ਗੱਲਾਂ ਇੱਕ ਧਾਰਮਿਕ ਵਿਅਕਤੀ ਕਰੇਗਾ, ਫਿਰ ਕੌਮਾਂ ਕਰਾਹ ਪੈ ਜਾਣਗੀਆਂ ਅਤੇ ਤੁਕਾਂ ਪੜ੍ਹਾ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਮਰਨ ਬਾਰੇ। ਤੁਹਾਡੇ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਵੀ ਤੁਸੀਂ ਕਾਫਰਾਂ ਨੂੰ ਕਤਲ ਕਰੋਗੇ, ਧਰਮ ਤੋਂ ਮਰੋਗੇ, ਅਤੇ ਤੁਹਾਨੂੰ ਅੱਗੇ ਜੰਨਤ ਪ੍ਰਾਪਤ ਹੋਣੀ, ਹੂਰਾਂ ਪ੍ਰਾਪਤ ਹੋਣੀਆਂ ਨੇ। ਅਤੇ ਸਾਡੇ ਵੀ ਪੜ੍ਹਾ ਦਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਾਡੇ ਵੀ ਲਾਲਚ ਦੇ ਦਿੰਦੇ ਨੇ। ਹਾਲਾਂਕਿ ਉੱਥੇ ਮਰਨ ਦੇ ਬਾਰੇ ਜ਼ਿਕਰ ਹੀ ਨਹੀਂ ਗਾ ਉਸ ਸ਼ਲੋਕ ਦੇ ਅੰਦਰ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਉੱਥੇ ਤਾਂ ਖੇਡਣ ਦੀ ਗੱਲ ਕਹੀ ਆ, ਤੂੰ ਮੇਰੇ ਨਾਲ ਪ੍ਰੇਮ ਦੀ ਖੇਡ ਖੇਡ, ਬੇਪਰਵਾਹ ਹੋ ਕੇ ਖੇਡ। ਉੱਥੇ ਤਾਂ ਖੇਡਣਾ ਦੱਸਿਆ ਹੱਸ, ਮੇਰੇ ਨਾਲ ਖੇਡ, ਤੂੰ ਮੇਰੇ ਨਾਲ ਪਿਆਰ ਕਰ। ਉੱਥੇ ਮਰਨਾ ਥੋੜ੍ਹਾ ਲਿਖਿਆ ਵਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਪਰ ਤੁਕ ਪੜ੍ਹਾ ਕੇ ਸਾਡੇ ਨੌਜਵਾਨਾਂ ਨੂੰ ਸਾਡੇ ਵੀ ਕਈ ਪ੍ਰਚਾਰਕ ਭੜਕਾ ਦਿੰਦੇ ਨੇ। ਉਹ ਕਹਿੰਦੇ ਅਗਰ ਤੁਸੀਂ ਧਰਮ ਤੋਂ ਮਰ ਜਾਓਗੇ ਤੇ ਤੁਹਾਨੂੰ ਜੰਨਤ ਪ੍ਰਾਪਤ ਹੋਏਗੀ। ਅਤੇ ਜੰਨਤ ਦਾ ਉਹਨਾਂ ਨੇ ਬਕਾਇਦਾ ਉੱਥੇ ਕਾਇਦੇ ਕਾਨੂੰਨ ਅਤੇ ਨਕਸ਼ਾ ਬਣਾਇਆ ਹੋਇਆ ਵਾ ਲਿਖਤਾਂ ਦੇ ਵਿੱਚ, ਉਹਨਾਂ ਦੀ ਲਿਖਤਾਂ ਵਿੱਚ। ਉਹ ਕਹਿੰਦੇ ਜਦੋਂ ਤੁਸੀਂ ਜਾਓਗੇ ਨਾ, ਅਤੇ ਜਦੋਂ ਤੁਸੀਂ ਜੰਨਤ ਦੇ ਦਰਵਾਜ਼ੇ ਕੋਲ ਜਾਓਗੇ, ਅਤੇ ਇੱਕ ਬੰਦਾ ਤੁਹਾਨੂੰ ਅੱਗਿਓਂ ਦਰਵਾਜ਼ੇ 'ਤੇ ਲੈਣ ਆਵੇਗਾ, ਉਹ ਦਰਵਾਜ਼ਾ ਖੋਲ੍ਹੇਗਾ। ਉੱਥੇ ਬਕਾਇਦਾ ਜ਼ਿਕਰ ਉਹ ਲਿਖਿਆ ਹੋਇਆ ਵਾ, ਇੱਕ ਵਿਅਕਤੀ ਆਏਗਾ ਦਰਵਾਜ਼ਾ ਖੋਲ੍ਹਣ ਵਾਸਤੇ। ਜਦੋਂ ਤੁਸੀਂ ਜੰਨਤ ਜਾਓਗੇ, ਧਰਮ ਤੋਂ ਮਰੋਗੇ ਜਾਂ ਪੈਗੰਬਰ ਦੇ ਬਚਨਾਂ ਨੂੰ ਮੰਨੋਗੇ, ਤੁਹਾਨੂੰ ਜੰਨਤ ਪ੍ਰਾਪਤ ਹੋਏਗੀ। ਬਾਣੀ ਕਹਿੰਦੀ ਹੈ, ਸੂਰੇ ਨਾ ਆਖੀ ਹੰਕਾਰ ਮਰੇ ਵਿਗਤੀ ਗਏ। ਉਹਨਾਂ ਦੀ ਤਾਂ ਗਤੀ ਨਹੀਂ ਹੋਣੀ, ਜਿਹੜੇ ਇੱਦਾਂ ਮੈਦਾਨੇ ਜੰਗ ਵਿੱਚ ਲੜਦੇ ਨੇ, ਉਹ ਤਾਂ ਵਿਗਤੀ ਮਰ ਜਾਂਦੇ ਨੇ। ਨਾ ਭੀਜੇ ਭੇਡ ਮਰੇ ਭੇਡ ਸੂਰ। ਸ਼੍ਰੀ ਗੁਰੂ ਨਾਨਕ ਸਾਹਿਬ ਕਹਿੰਦੇ, ਤੂੰ ਮੈਦਾਨੇ ਜੰਗ ਵਿੱਚ ਲੜ ਕੇ ਮਰ ਜਾ, ਇਹਦੇ ਨਾਲ ਰੱਬ ਨੇ ਕੀ ਲੈਣਾ ਦੇਣਾ ਹੈ, ਤੂੰ ਮਰ ਗਿਆ ਮਰ ਗਿਆ। ਨਾ ਭੀਜੇ, ਉਹ ਨਹੀਂ ਮੰਨਦਾ, ਭੇਡ ਮਰੇ ਭੇਡ ਸੂਰ। ਤੂੰ ਮੈਦਾਨੇ ਜੰਗ ਵਿੱਚ ਵੀ ਲੜ ਕੇ ਮਰ ਜਾ, ਉਹ ਨਹੀਂ ਭੇਜਦਾ। ਉਹਨੇ ਤੈਨੂੰ ਕਿਹਾ ਹੀ ਨਹੀਂ ਲੜਨ ਵਾਸਤੇ। ਕਹਿੰਦੇ ਜਦੋਂ ਤੁਸੀਂ ਜੰਨਤ ਵਿੱਚ ਜਾਓਗੇ, ਅਤੇ ਉੱਥੇ ਪਹਿਲਾ ਇੱਕ ਵਿਅਕਤੀ ਆਏਗਾ ਦਰਵਾਜ਼ਾ ਖੋਲ੍ਹਣ ਵਾਸਤੇ, ਅਤੇ ਤੁਹਾਨੂੰ ਨਮਸਕਾਰ ਕਰੇਗਾ, ਨਾਲ ਹੀ ਸਿਜਦਾ ਕਰੇਗਾ। ਉਸ ਤੋਂ ਥੋੜ੍ਹਾ ਜਿਹਾ ਅੱਗੇ ਜਾਓਗੇ, ਅਤੇ 70,000 ਬੰਦਾ ਤੁਹਾਨੂੰ ਲੈਣ ਆਵੇਗਾ। ਇੱਕ ਨੇ ਆਣ ਕੇ ਦਰਵਾਜ਼ਾ ਖੋਲ੍ਹਿਆ, ਜਦੋਂ ਲੈ ਕੇ ਤੁਹਾਨੂੰ ਤੁਰਿਆ ਨਾ ਜੰਨਤ ਬੜਾ। ਅਤੇ ਕਹਿੰਦੇ ਜਿੱਡੀ ਧਰਤੀ ਆ ਨਾ ਸਾਡੀ ਆ, ਇਸ ਤੋਂ 3 ਗੁਣਾ ਵੱਡੀ ਜੰਨਤ ਵਾ। ਉਹਨਾਂ ਨੇ ਬਕਾਇਦਾ ਉਹਦਾ ਵਰਗ ਮੀਟਰ ਵੀ ਕੱਢੇ ਹੋਏ ਨੇ, ਇੰਨੀ ਵੱਡੀ ਆ ਉਹ, ਇੰਨੇ ਦਰਵਾਜ਼ੇ ਨੇ ਉਹਨੂੰ। ਕਹਿੰਦੇ ਫਿਰ ਤੁਹਾਨੂੰ 70,000 ਵਿਅਕਤੀ ਅੱਗਿਓਂ ਲੈਣ ਆਏਗਾ। ਇਸ ਦਾ ਜ਼ਿਕਰ ਆ ਗੁਰਬਾਣੀ ਵਿੱਚ ਵੀ, ਇਹ 70,000 ਬੰਦੇ ਦਾ। ਮੈਂ ਅੱਗੇ ਚੱਲ ਕੇ ਦੱਸੂੰਗਾ, ਪਹਿਲਾਂ ਮੈਂ ਉਹ ਜ਼ਿਕਰ ਕਰ ਲਵਾਂ। ਉਹ ਕਹਿੰਦੇ 70,000 ਵਿਅਕਤੀ ਤੁਹਾਨੂੰ ਅੱਗਿਓਂ ਲੈਣ ਆਏਗਾ। ਇਹ ਕਬੀਰ ਸਾਹਿਬ ਨੇ ਬਾਣੀ 'ਚ ਲਿਖਿਆ, 70 ਸੈ ਸਲਾਰ ਹੈ ਜਾਂ ਕੇ। ਇਹਦੀ ਵਿਆਖਿਆ ਫੇਰ ਕਰਦੇ ਹਾਂ। ਉਹ 70,000 ਵਿਅਕਤੀ ਤੁਹਾਡੇ ਹੱਥ ਖਾਣਾ ਵਧੀਆ ਤੋਂ ਵਧੀਆ ਲੈ ਕੇ ਆਏਗਾ, ਅਤੇ ਤੁਸੀਂ 70,000 ਦਾ ਹੀ ਖਾਣਾ ਖਾ ਜਾਓਗੇ, ਤੁਹਾਡਾ ਪੇਟ ਨਹੀਂ ਭਰੇਗਾ।
ਨਾ ਤੁਹਾਨੂੰ ਲੈਟਰਿੰਗ ਨਾ ਤੁਹਾਨੂੰ ਬਾਥਰੂਮ ਆਏਗੀ। ਇਹ ਜੰਨਤ ਦੀ ਵੱਡੀ ਗੱਲ ਆ ਵੀ ਉੱਥੇ ਲੋਕ ਖਾਣਾ ਖਾਂਦੇ ਜ਼ਰੂਰ ਨੇ, ਪਰ ਕਿਸੇ ਨੂੰ ਮਲ ਮੂਤਰ ਨਹੀਂ ਆਉਂਦਾ। ਇਹ ਲਿਖਿਆ ਹੋਇਆ ਉਹਨਾਂ ਨੇ। ਹਾਂਜੀ। ਫਿਰ ਕਹਿੰਦੇ ਜਦੋਂ ਤੁਸੀਂ ਇੱਧਰ ਉੱਧਰ ਵੇਖੋਗੇ ਅਤੇ ਪੁੱਛੋਗੇ ਵੀ ਕਿਹਦੇ ਵਾਸਤੇ ਐਡਾ ਕੁਛ ਬਣਿਆ ਹੈ, ਉਹ ਕਹਿਣਗੇ ਤੇਰੇ ਵਾਸਤੇ ਬਣਿਆ, ਤੂੰ ਜੰਨਤ ਜਾ ਗਿਆ, ਸਭ ਕੁਛ ਤੇਰਾ ਹੀ ਆਉਣੇ। ਫਿਰ ਉਸ ਨੂੰ ਅੱਗੇ ਲੈ ਕੇ ਜਾਣਗੇ ਅਤੇ ਉਹ ਆਖਣਗੇ ਵੀ ਇੱਥੇ ਖੁਦਾ ਰਹਿੰਦਾ ਹੈ ਇਸ ਏਰੀਏ 'ਚ। ਕਹਿੰਦਾ ਫਿਰ ਮੈਨੂੰ ਮਿਲਾਓ ਖੁਦਾ ਨੂੰ। ਉਹ ਕਹਿਣਗੇ ਜੁੰਮੇ ਵਾਲੇ ਦਿਨ ਮਿਲਦਾ ਹੈ, ਸ਼ੁੱਕਰਵਾਰ ਮਿਲਦਾ ਹੈ ਖੁਦਾ। ਉਹ ਸ਼ੁੱਕਰਵਾਰ ਹੀ ਛੁੱਟੀ ਕਰਦੇ ਨੇ, ਮਸੀਤਾਂ 'ਚ ਜਾਂਦੇ ਨੇ। ਅਤੇ ਇੱਧਰ ਕਹਿੰਦੇ ਨੇ 6 ਦਿਨ ਖੁਦਾ ਪ੍ਰਭੂ ਨੇ ਦੁਨੀਆ ਬਣਾਈ, 7ਵੇਂ ਦਿਨ ਆਰਾਮ ਕੀਤਾ ਸੀ, ਉਹ ਸੀ ਸੰਡੇ ਆਰਾਮ ਕਰੋ, ਛੁੱਟੀ ਕਰੋ। ਸਾਹਿਬ ਕਹਿੰਦੇ ਥਿਤਵਾਰ ਨਾ ਜੋਗੀ ਜਾਣੇ, ਰੁੱਤ ਮਾਂ ਨਾ ਕੋਈ, ਵਕਤ ਨਾ ਪਾਇਓ ਕਾਦੀਆਂ, ਵੇਲ ਨਾ ਪਾਈਆਂ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤਵਾਰ ਨਾ ਜੋਗੀ ਜਾਣੇ, ਰੁੱਤ ਮਾਂ ਨਾ ਕੋਈ। ਹਾਂ ਜਾਂ ਕਰਦਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਜਦੋਂ ਧਰਤੀ ਰੱਬ ਨੇ ਸਾਜੀ ਉਦੋਂ ਸ਼ੁੱਕਰਵਾਰ ਹੈ ਹੀ ਨਹੀਂ ਸੀ, ਇਹ ਤਾਂ ਤੁਸਾਂ ਬਣਾ ਲਿਆ। ਉਦੋਂ ਐਤਵਾਰ ਹੈ ਹੀ ਨਹੀਂ ਸੀ। ਥਿਤਵਾਰ ਨਾ ਜੋਗੀ ਜਾਣੇ, ਰੁੱਤ ਮਾਂ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਹਾਂਜੀ। ਇਹ ਧਾਰਮਿਕ ਲੋਕਾਂ ਦੀਆਂ ਬਣਾਈਆਂ ਹੋਈਆਂ ਧਾਰਨਾਵਾਂ ਨੇ। ਐਵੇਂ ਥੋੜ੍ਹਾ ਭਗਤ ਕਬੀਰ ਦੇ ਨਾਲ ਇਹ ਲੋਕ ਲੜਦੇ ਸਨ। ਉਹ ਜਾ ਕੇ ਇਹਨਾਂ 70,000 ਦਾ ਅਤੇ ਬਹਿਸਤ ਦਾ ਅਤੇ ਰੱਬ ਦੇ ਸ਼ੁੱਕਰਵਾਰ ਮਿਲਣ ਦਾ ਅਤੇ ਜੰਨਤ ਦਾ ਅਤੇ ਜੰਨਤ ਦੀਆਂ ਹੂਰਾਂ ਦਾ ਸਾਰਿਆਂ ਦਾ ਖੰਡਨ ਕਰਨਗੇ। ਕਬੀਰ ਸਾਹਿਬ ਜਦੋਂ ਖੰਡਨ ਕਰਨਗੇ ਤਾਂ ਫਿਰ ਇਹ ਲੋਕ ਡੰਡੇ ਲੈ ਕੇ ਕਬੀਰ ਉੱਤੇ ਵਰਨਗੇ। ਉਹ ਖੰਡਨ ਕਰਨਗੇ, ਡੰਡੇ ਵਰਨਗੇ। ਫਿਰ ਸਾਡੇ ਧਰਮ ਕਿਤਾਬਾਂ 'ਚ ਲਿਖਿਆ ਹੋਇਆ। ਲਓ ਫਿਰ ਕਹਿੰਦੇ ਇੱਧਰ ਖੁਦਾ ਰਹਿੰਦਾ ਹੈ, ਜੁੰਮੇ ਦੀ ਰਾਤ ਮਿਲਦਾ, ਜੁੰਮੇ ਵਾਲੇ ਦਿਨ ਮਿਲਦਾ ਹੈ। ਅੱਛਾ ਜੀ। ਫਿਰ ਅੱਗੇ ਲੈ ਕੇ ਜਾਣਗੇ, ਇੱਕ ਕੰਧ ਆਵੇਗੀ, ਉਹ ਕੰਧ ਦਾ ਦਰਵਾਜ਼ਾ ਖੋਲ੍ਹਣਗੇ ਅਤੇ ਅਗਲੇ ਉਹਦੇ ਵਿੱਚ ਇੱਕ ਨਹਿਰ ਵਗਦੀ ਆ। ਜਦੋਂ ਦਰਵਾਜ਼ਾ ਖੋਲ੍ਹ ਕੇ ਕੰਧ ਦੇ ਅਗਲੇ ਬੰਨੇ ਜਾਓਗੇ, ਉੱਥੇ ਇੱਕ ਨਹਿਰ ਵਗਦੀ ਆ। ਉਹ ਫੁੱਲਾਂ ਦੀ ਅਤੇ ਮੋਤੀਆਂ ਦੀ ਨਹਿਰ ਵਗਦੀ ਹੈ। ਬੜੀ ਸੁਗੰਧੀ ਆਉਂਦੀ ਉਹਦੇ ਵਿੱਚ, ਬੜੀ ਸੁਗੰਧੀ ਹੈ। ਤਾਂ ਹੀ ਉਹ ਮੁਸਲਮਾਨ ਜਦੋਂ ਮਸੀਤਾਂ ਵਿੱਚ ਜਾਂਦੇ ਨੇ ਜਾਂ ਮਜ਼ਾਰਾਂ 'ਤੇ ਜਾਂਦੇ ਨੇ, ਬੜੀ ਸੁਗੰਧੀ ਲਾਉਂਦੇ ਨੇ, ਉੱਥੇ ਬੜੀ ਸੁਗੰਧੀ ਖਿਲਾਰਦੇ ਨੇ। ਕਹਿਣ ਲੱਗੇ ਫਿਰ ਉਸ ਸੁਗੰਧੀ ਵਿੱਚੋਂ ਇੱਕ ਹੂਰ ਆਏਗੀ ਤੁਹਾਨੂੰ ਮਿਲਣ ਵਾਸਤੇ। ਲਓ ਜੰਨਤ ਦੀ, ਉਹਨੂੰ ਕਹਿੰਦੇ ਨੇ ਜੰਨਤ ਦੀ ਹੂਰ ਆਊਗੀ ਤੁਹਾਨੂੰ ਮਿਲਣ ਵਾਸਤੇ, ਮਿਲੂਗੀ ਤੁਹਾਨੂੰ। ਫਿਰ ਬਸ ਉਹ ਤੁਹਾਡੀ ਹੂਰ ਹੋਊਗੀ, ਤੁਸੀਂ ਉਸ ਨੂੰ ਪਸੰਦ ਕਰ ਲਓਗੇ। ਫਿਰ ਕਹਿੰਦੇ ਵੀ ਉੱਥੇ ਆਹ ਕੱਪੜੇ ਨਹੀਂ, ਉਹ ਜੰਨਤ ਦੇ ਕੱਪੜੇ ਵੱਖਰੇ ਹੀ ਨੇ। ਉੱਥੇ ਇੱਕ ਰੁੱਖ ਵਾ, ਉਹਦਾ ਨਾਮ ਆ ਤੂਬਾ। ਜੰਨਤ ਦੇ ਵਿੱਚ ਇੱਕ ਰੁੱਖ ਵਾ ਜਿਹਨੂੰ ਅਸੀਂ ਕਹਿੰਦੇ ਇੱਕ ਸਵਰਗ ਦਾ ਰੁੱਖ। ਸਾਡੇ ਬਾਣੀ 'ਚ ਲਿਖਿਆ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੇ ਰੰਗ ਕੀਆ। ਸਾਡੇ 'ਚ ਪਾਰ ਜਾਤ ਮੰਨਦੇ ਨੇ, ਉਸ ਦਾ ਨਾਂ ਉਹਨਾਂ ਨੇ ਬੂਆ ਰੱਖਿਆ ਹੈ ਨੇ, ਤੂਬਾ। ਕਹਿਣ ਲੱਗੇ ਤੁਸੀਂ ਉੱਥੇ ਜਿਹੜਾ ਡਰੈਸ ਪਾਉਣਾ ਉਹ ਰੁੱਖ ਦੇ ਸਾਹਮਣੇ ਖਲੋ ਜਾਣਾ, ਅਤੇ ਰੁੱਖ ਦੇ ਨਾਲ ਤਰ੍ਹਾਂ ਦੇ ਡਰੈਸ ਲੱਗੇ ਹੋਏ ਨੇ। ਉਹ ਕੱਪੜੇ ਰੁੱਖ ਨੂੰ ਲੱਗਦੇ ਨੇ। ਸਾਡੇ ਕੀ ਕਹਿੰਦੇ ਨੇ ਕਿ ਪਾਰ ਜਾਤ ਰੁੱਖ ਦੇ ਥੱਲੇ ਬੈਠ ਕੇ ਤੂੰ ਸੰਕਲਪ ਕਰਨਾ, ਜੋ ਕਰ ਲਓਗੇ ਉਸੇ ਵੇਲੇ ਮਿਲ ਜਾਣਾ ਹੈ। ਹਾਂਜੀ। ਉੱਥੇ ਵੀ ਉਹ ਕਹਿੰਦੇ ਨੇ ਜਿਹੜਾ ਰੁੱਖ ਵਾ ਉਹਦੇ ਸਾਹਮਣੇ
ਖਲੋ ਕੇ ਤੁਸੀਂ ਸੰਕਲਪ ਕਰਨਾ ਮੈਂ ਇੱਦਾਂ ਦੇ ਕੱਪੜੇ ਪਾਉਣੇ, ਤੇ ਤੁਹਾਨੂੰ ਉਸ ਵੇਲੇ ਪੈ ਜਾਣੇ ਕੱਪੜੇ। ਬਸ ਤੁਸੀਂ ਸੰਕਲਪ ਹੀ ਕਰਨਾ। ਡਰੈਸ ਉੱਤੇ ਟੰਗੇ ਹੋਏ ਨੇ, ਕੱਪੜੇ ਟੰਗੇ ਹੋਏ ਨੇ, ਰੁੱਖ ਨਾਲ ਲੱਗੇ ਹੋਏ ਨੇ, ਅਤੇ ਤੁਸੀਂ ਜਿਹੜਾ ਤੁਹਾਨੂੰ ਡਰੈਸ ਪਸੰਦ ਆਇਆ ਉਹ ਮਨ 'ਚ ਸੰਕਲਪ ਕਰਨਾ ਕਿ ਮੈਨੂੰ ਆਹ ਚਾਹੀਦਾ, ਅਤੇ ਤੁਹਾਨੂੰ ਐਟੋਮੈਟਿਕਲੀ ਪੈ ਜਾਣਾ। ਇਹ ਹੈ ਉਹਨਾਂ ਦਾ ਸਵਰਗ ਬਹਿਸਤ। ਜਦੋਂ ਇੱਦਾਂ ਦੀ ਬਹਿਸਤ ਦੀ ਗੱਲ, ਜੰਨਤ ਦੀ ਗੱਲ ਭਗਤ ਕਬੀਰ ਕੋ ਕੀਤੀ ਆਣ ਕੇ ਕਿਸੇ ਮੌਲਵੀ ਕਾਜੀ ਨੇ, ਅਤੇ ਕਬੀਰ ਸਾਹਿਬ ਨੇ ਅੱਗਿਓਂ ਬੜਾ ਠੋਕ ਕੇ ਜਵਾਬ ਦਿੱਤਾ। ਫਿਰ ਉਹ ਕਹਿੰਦੇ ਨੇ 70 ਸੈ ਸਲਾਰ ਹੈ ਜਾਂ ਕੇ, ਤੂੰ ਕਹਿੰਦਾ 70,000 ਬੰਦਾ ਅੱਗਿਓਂ ਲੈਣ ਵਾਸਤੇ ਆਉਂਦਾ, ਇੰਨੀ ਆਓ ਭਗਤ ਹੁੰਦੀ ਜੰਨਤ ਦੇ ਵਿੱਚ। ਗੁਰਬਾਣੀ 'ਚ ਲਿਖਿਆ ਹੋਇਆ ਹੈ 70 ਸੈ ਸਲਾਰ ਹੈ ਜਾਂ ਕੇ, ਸਵਾ ਲੱਖ ਪਪੰਗਰ ਪੈਗੰਬਰ ਜਾਂ ਕੇ। 1.25 ਲੱਖ ਉੱਥੇ ਪੈਗੰਬਰ ਬੈਠਾ ਹੋਇਆ। 70,000 ਤੇ ਅੱਗਿਓਂ ਆਓ ਭਗਤ ਕਰਨ ਵਾਸਤੇ ਆਉਂਦਾ, ਅਤੇ 1.25 ਲੱਖ ਉੱਥੇ ਖੁਦਾ ਦੀ ਕਚਹਿਰੀ ਵਿੱਚ ਜੰਨਤ ਵਿੱਚ ਪੈਗੰਬਰ ਬੈਠਾ ਹੋਇਆ ਵਾ। ਐਡੀ ਲੰਮੀ ਸਭਾ, 1.25 ਲੱਖ ਬੰਦਾ ਉਹਦੇ ਸਾਹਮਣੇ ਬੈਠਾ ਹੋਇਆ ਖੁਦਾ ਦੇ। 1.25 ਲੱਖ ਪੈਗੰਬਰ ਤਾਂ ਕੇ। ਅਤੇ ਕਬੀਰ ਸਾਹਿਬ ਕਹਿੰਦੇ ਮੈਂ ਉੱਥੇ ਜਾਣਾ ਹੀ ਨਹੀਂ ਗਾ। ਕਹਿੰਦੇ ਕਿਉਂ ਨਹੀਂ ਜਾਣਾ? ਕਹਿੰਦੇ ਮੈਂ ਇੱਕ ਬਨਾਰਸ ਦਾ ਗਰੀਬ ਜਿਹਾ ਜੁਲਾਇਆ, ਅਤੇ ਜਿਹਦੀ ਸਭਾ ਵਿੱਚ 1.25 ਲੱਖ ਪੈਗੰਬਰ ਬੈਠੇ ਹੋਏ ਨੇ, ਅਤੇ ਮੇਰੀ ਉੱਥੇ ਕਿਹਨੇ ਸੁਣਨੀ ਆ? ਗਰੀਬਾਂ ਦੀ ਵੱਡੀਆਂ ਸਭਾ 'ਚ ਪਹਿਲੇ ਤਾਂ ਗੱਲ ਕਿ ਗਰੀਬ ਬੰਦਾ ਵੱਡੀ ਸਭਾ 'ਚ ਜਾ ਹੀ ਨਹੀਂ ਸਕਦਾ। ਜੇ ਚੱਲ ਜੇ ਤਾਂ ਉੱਥੇ ਗਰੀਬ ਦੀ ਸੁਣੀ ਨਹੀਂ ਜਾਂਦੀ। ਅਤੇ ਕਬੀਰ ਸਾਹਿਬ ਨੇ ਫਿਰ ਉਹਨਾਂ ਨੂੰ ਬਾਣੀ 'ਚ ਲਿਖਿਆ ਕਿ ਮੋਹ ਗਰੀਬ ਕੀ ਕੋ ਗੁਜਰਾਵੈ। ਮੈਂ ਗਰੀਬ ਵਾਂ, ਅਤੇ ਜਿਹੜੀ ਤੂੰ ਜੰਨਤ ਬਣਾ ਕੇ ਬੈਠਾ ਹੋਇਆ, ਜਿਹਦੇ ਵਿੱਚ ਏਡੀਆਂ ਏਡੀਆਂ ਹੂਰਾਂ ਨੇ, ਜਿੱਥੇ 1.25 ਲੱਖ ਪੈਗੰਬਰ ਬੈਠਾ ਹੋਇਆ, 70 ਸੈ ਸਲਾਰ ਹੈ ਜਾਂ ਕੇ, 1.25 ਲੱਖ ਪੈਗੰਬਰ ਤਾਂ ਕੇ, ਅਤੇ ਮੇਰੀ ਗਰੀਬ ਦੀ ਉੱਥੋਂ ਤੱਕ ਕਿਵੇਂ ਪਹੁੰਚ ਹੋ ਸਕਦੀ? ਤੇਰੀ ਜੰਨਤ ਤੱਕ ਮੈਂ ਨਹੀਂ ਉੱਥੇ ਜਾ ਸਕਦਾ। ਮੋਹ ਗਰੀਬ ਕੀ ਕੋ ਗੁਜਰਾਵੈ, ਮੈਂ ਉੱਥੇ ਕਿਵੇਂ ਜਾ ਸਕਦਾ ਹੈ? ਅਤੇ ਮਜਲਸ ਦੂਰ, ਏਡੀ ਵੱਡੀ ਸਭਾ ਤੂੰ ਲੱਗੀ ਕਹਿੰਦਾ, ਇਸ ਧਰਤੀ ਤੋਂ 3 ਗੁਣਾ ਵੱਡੀ ਜੰਨਤਾਂ, ਅਤੇ ਉੱਥੇ ਐਡੇ ਐਡੇ ਪੈਗੰਬਰ ਬੈਠੇ ਹੋਏ ਨੇ, ਐਡੇ ਐਡੇ ਸਲਾਰ ਬੈਠੇ ਹੋਏ ਨੇ, ਐਡੀਆਂ ਐਡੀਆਂ ਹੂਰਾਂ ਬੈਠੀਆਂ ਹੋਈਆਂ ਨੇ, ਅਤੇ ਮੈਂ ਉੱਥੇ ਜਾ ਕੇ ਕੀ ਕਰਨਾ ਹੈ? ਮੋਹ ਗਰੀਬ ਕੀ ਕੋ ਗੁਜਰਾਵੈ, ਗੁਜਰਾਵੇ ਮਾਣੇ ਪਹੁੰਚ। ਮੈਂ ਗਰੀਬ ਇੱਕ ਜੁਲਾਇਆ, ਅਤੇ ਜਿਸ ਜੰਨਤ ਦਾ ਤੂੰ ਹਵਾਲਾ ਦਿੰਦਾ ਪਿਆ, ਮੇਰੀ ਉੱਥੇ ਕਿਵੇਂ ਪਹੁੰਚ ਹੋ ਸਕਦੀ ਆ? ਅਤੇ ਮਜਲਸ ਦੂਰ, ਏਡੀ ਵੱਡੀ ਸਭਾ ਲਾ ਕੇ ਬੈਠਾ ਹੋਇਆ ਤੁਹਾਡਾ ਖੁਦਾ, ਹੱਦ ਹੋ ਗਈ। ਅਤੇ ਮੈਂ ਉੱਥੇ ਕਿਵੇਂ ਜਾਊਂਗਾ? ਮਜਲਸ ਦੂਰ ਮੈਲ ਕੋ ਪਾਵੈ, ਇਹੋ ਜਿਹੀ ਸਭਾ 'ਚ ਮੇਰੇ ਵਰਗੇ ਨਹੀਂ ਜਾ ਸਕਦੇ ਜੰਨਤ 'ਚ, ਨਾ ਮੈਂ ਜਾਣਾ ਹੀ ਚਾਹੁੰਦਾ ਵਾਂ। ਉਹਨਾਂ ਨੇ ਫਿਰ ਅਖੀਰ ਤੇ ਸ਼ਬਦ ਵਿੱਚ ਕਿਹਾ, ਦਾਸ ਕਬੀਰ ਤੇਰੀ ਪੰਨੇ ਸੁਮਾਨਾ। ਮੈਂ ਤਾਂ ਜਿਹੜਾ ਖੁਦਾਵੰਦ ਪਰਮੇਸ਼ਰ ਆ, ਮੈਂ ਤਾਂ ਉਹਦੀ ਓਟ ਆਸਰੇ 'ਚ ਬੈਠਾ, ਉਹਦੀ ਪਨਾਹ ਵਿੱਚ ਗਿਆ ਹੋਇਆ, ਉਹਦੀ ਸ਼ਰਨ ਵਿੱਚ ਗਿਆ ਹੋਇਆ ਵਾਂ। ਅਤੇ ਜਿਹੜੀਆਂ ਤੁਸੀਂ ਜੰਨਤਾਂ ਦੱਸਦੇ ਹੋ, ਬਹਿਸਤਾਂ ਦੱਸਦੇ ਹੋ, ਉਹ ਤੋਂ ਤਾਂ ਮੈਂ ਬਹੁਤ ਦੂਰ ਜਾ ਚੁੱਕਾ ਹੈ। ਦਾਸ ਕਬੀਰ ਤੇਰੀ ਪਨੇ ਸਮਾਨਾ, ਪਿਸਤ ਨਜੀਕ ਰਾਖ ਮੈਂ ਮਾਨਾ। ਰਹਿ ਮਾਨਾ, ਮੈਂ ਪਿਸਤ ਕਿਸ ਨੂੰ ਮੰਨਦਾ, ਮੈਂ ਜੰਨਤ ਕਿਸ ਨੂੰ ਮੰਨਦਾ, ਮੈਂ ਰੱਬ ਦੇ ਚਰਨਾਂ ਨੂੰ ਮੰਨਦਾ। ਉਹ ਸਾਡੇ ਕੋਲ ਨੇ, ਹੋਰ ਸਾਨੂੰ ਕਿਸੇ ਜੰਨਤ ਦੀ ਲੋੜ ਨਹੀਂ ਹੈ, ਹੋਰ ਸਾਨੂੰ ਕਿਸੇ ਮੁਕਤੀ ਦੀ ਲੋੜ ਹੀ ਨਹੀਂ ਆ। ਮੰਨੇ ਪਾਵੇ ਮੋਖ ਦਵਾਰ, ਨਾਨਕੇ ਜਾਣੀਏ ਸਭ ਆਪੇ ਸਚਿਆਰ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਕਬੀਰ ਸਾਹਿਬ ਨੇ ਨਾ ਇੱਕ ਦਿਨ, ਫਿਰ ਜਿਹੜੇ ਲੋਕੀ ਹਟਦੇ ਨਹੀਂ ਸੀ ਕਬੀਰ ਨੂੰ ਤੰਗ ਕਰਨ ਵਾਸਤੇ,
ਨਹੀਂ ਤੂੰ ਸਾਡੇ ਨਾਲ ਚੱਲ, ਅਸੀਂ ਤੈਨੂੰ ਜੰਨਤ 'ਚ ਲੈ ਜਾਵਾਂਗੇ। ਕਬੀਰ ਸਾਹਿਬ ਨੇ ਇੱਕ ਦਿਨ ਫਿਰ ਰੱਬ ਨੂੰ ਪੁੱਛਿਆ, ਇਹ ਰੱਬਾ, ਇਹ ਜੰਨਤਾਂ ਦਾ ਤੇ ਹੂਰਾਂ ਦਾ ਜ਼ਿਕਰ ਬਾਣੀ ਵਿੱਚ ਆਉਂਦਾ ਵਾ। ਇੱਕ ਥਾਂ ਤੇ ਹੂਰ, ਗੁਰਬਾਣੀ ਵਿੱਚ ਇੱਕ ਥਾਂ ਤੇ ਹੂਰ ਸ਼ਬਦ ਲਿਖਿਆ ਹੈ, ਜੰਨਤ ਦੀ ਹੂਰ ਦਾ ਜ਼ਿਕਰ ਵਾ ਉਹਦੇ ਵਿੱਚ। ਮਾਰੂ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਕਿਸੇ ਮੁਸਲਮਾਨ ਦੇ ਜਨਮ ਨਾਲ ਵਿਚਾਰ ਗੋਸ਼ਟ ਕੀਤੀ, ਉਹਦੇ ਵਿੱਚ ਹੂਰ ਦਾ ਜ਼ਿਕਰ ਕੀਤਾ ਸਾਹਿਬ ਨੇ। ਉੱਥੇ ਫਿਰ ਬੜਾ ਲੰਮਾ ਸ਼ਬਦ ਵਾ, ਉਹ ਕਹਿੰਦੇ ਨੇ ਮੱਕਾ ਮੇਹਰਾ, ਰੱਬ ਦਇਆ ਤੇਰੇ ਅੰਦਰ ਵਸ ਗਈ। ਇਹ ਮੱਕਾ ਵਾ ਅਸਲੀ ਮੁਸਲਮਾਨ ਦਾ। ਤੁਸੀਂ ਬਾਹਰ ਫਿਰ ਮੱਕੇ 'ਚ ਜਾਂਦੇ ਹੋ, ਅਸਲੀ ਮੱਕਾ ਕਿਹੜਾ ਹੈ? ਹਿਰਦੇ ਵਿੱਚ ਦਇਆ ਪ੍ਰਗਟ ਹੋ ਗਈ, ਇਹ ਮਾਨੋ ਮੱਕਾ ਹੈ। ਹੁਣ ਇਹ ਲੋਕੀ ਨਹੀਂ ਮੰਨਦੇ, ਸਾਡੇ ਨਹੀਂ ਗੁਰਬਾਣੀ ਮੰਨਦੇ, ਧੱਕੇ ਖਾਂਦੇ ਫਿਰਦੇ ਨੇ ਸੜਕਾਂ 'ਤੇ। ਮੱਕਾ ਮੇਹਰਾ, ਮਿਹਰ ਕਹਿੰਦੇ ਨੇ ਦਇਆ ਨੂੰ। ਜੇ ਤੇਰੇ ਅੰਦਰ ਦਇਆ ਵਾ ਤੇ ਇਹ ਮਾਨੋ ਮੱਕਾ ਵਾ, ਤੇ ਜੇ ਤੇਰੇ ਅੰਦਰ ਦਇਆ ਹੀ ਨਹੀਂ ਆ ਤੇ ਜਿਹੜੇ ਮੱਕੇ ਮਰਜ਼ੀ ਚਲ ਜਾ, ਕੁਛ ਨਹੀਂ ਹੋਣਾ। ਜਿਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆ ਜਾਓ, ਹੇਮ ਚਲ ਜਾ, ਹੇਮਕੁੰਟ ਚਲ ਜਾ, ਹਜ਼ੂਰ ਸਾਹਿਬ, ਕੀ ਹੋਣਾ? ਕੱਖ ਵੀ ਨਹੀਂ ਹੋਣਾ। ਅੰਦਰ ਦਇਆ ਹੀ ਨਹੀਂ ਤੇ ਕੱਖ ਵੀ ਨਹੀਂ ਹੋਣਾ। ਹਾਂਜੀ, ਸਾਹਿਬ ਕਹਿੰਦੇ ਅਸਲੀ ਮੱਕਾ ਕਿਹੜਾ ਹੈ? ਮੱਕਾ ਮੇਹਰਾ, ਦਇਆ ਮੱਕਾ ਹੋਵੇ ਤੇਰਾ। ਰੋਜ਼ਾ ਪੈ ਖਾਕਾ, ਮੁਸਲਮਾਨ ਰੋਜ਼ੇ ਰੱਖਦੇ ਨੇ, ਕਹਿਣ ਲੱਗੇ ਅਸਲੀ ਮੁਸਲਮਾਨ ਦਾ ਰੋਜ਼ਾ ਕਿਹੜਾ ਵਾ? ਰੋਜ਼ਾ ਪੈ ਖਾਕਾ, ਸਾਰਿਆਂ ਦੀ ਚਰਨ ਧੂੜ ਹੋ ਜਾ, ਇਹ ਤੇਰਾ ਰੋਜ਼ਾ ਹੋਵੇ। ਗੁਰੂ ਅਰਜਨ ਸਾਹਿਬ ਨੇ ਜਦੋਂ ਆਖਿਆ ਨਾ ਤੀਖਣ ਬਾਣ ਚਲਾਏ, ਗੁਰੂ ਅਰਜਨ ਦੇਵ ਕੋ ਤੀਰ ਸੀ ਨਾਮ ਦਾ, ਗਰੀਬੀ ਗਦਾ ਹਮਾਰੀ। ਗੁਰੂ ਅਰਜਨ ਦੇਵ ਜੀ ਕੋ ਇੱਕ ਗੁਰਜ ਸੀ ਗਰੀਬੀ ਦਾ। ਖੰਡਾ ਕਿਹੜਾ ਸਾਡੇ ਕੋਲ? ਸਗਲ ਰੇਣ ਸਾਰੀ, ਸਾਰਿਆਂ ਦੀ ਚਰਨ ਧੂੜ ਹੋਣੇ ਸਾਡਾ ਖੰਡਾ ਵਾ। ਗਰੀਬੀ ਗਦਾ, ਨਿਮਰਤਾ ਸਾਡੀ ਗੁਰਜ ਵਾ, ਨਾਮ ਸਾਡੇ ਕੋਲ ਤੀਰ ਆ, ਨੇਜਾ ਨਾਮ ਨਿਸ਼ਾਨ। ਹਾਂਜੀ, ਨਾਮ ਦਾ ਨੇਜਾ ਰੱਖਿਆ ਗੁਰੂ ਅਰਜਨ ਦੇਵ ਨੇ ਆਪਣੇ ਕੋਲ। ਧਰਮ ਇਹਨਾਂ ਚੀਜ਼ਾਂ 'ਤੇ ਟਿਕਿਆ ਹੋਇਆ, ਧਰਮ ਬਾਹਰਲੀ ਚੀਜ਼ਾਂ 'ਤੇ ਨਹੀਂ ਟਿਕਦਾ ਹੁੰਦਾ। ਐਵੇਂ ਭੁਲੇਖੇ 'ਚ ਨਾ ਰਹਿਣਾ। ਹਾਂ, ਸਾਹਿਬ ਕਹਿੰਦੇ ਰੋਜ਼ਾ ਪੈ ਖਾਕਾ, ਸਾਰਿਆਂ ਦੀ ਚਰਨ ਧੂੜ ਹੋ ਜਾਣਾ, ਇਹ ਤੇਰਾ ਰੋਜ਼ਾ ਹੋਵੇ। ਪਿਸਤਾ, ਅਸਲੀ ਜੰਨਤ ਕਿਹੜੀ ਆ? ਅਸਲੀ ਬੈਸ ਪਿਸਤ ਕਿਹੜੀ ਆ? ਜਿਹਨੂੰ ਅਸੀਂ ਸਵਰਗ ਕਹਿੰਦੇ, ਉਹ ਪਿਸਤ ਕਹਿੰਦੇ ਨੇ। ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ, ਆਪਣੇ ਗੁਰੂ ਪੀਰ ਦੇ ਬਚਨਾਂ ਨੂੰ ਮੰਨਣਾ ਹੀ ਸਵਰਗ ਹੈ। ਜਿਹੜਾ ਗੁਰੂ ਕੇ ਬਚਨ ਨਹੀਂ ਨਾ ਮੰਨਦਾ, ਉਹਦੇ ਵਾਸਤੇ ਕਿਤੇ ਵੀ ਸਵਰਗ ਨਹੀਂ ਆ। ਮੰਨੇ ਪਾਵੇ ਮੋਖ ਦਵਾਰ, ਜਿਹਦਾ ਮਨ ਨਾਮ ਨਾ ਮੰਨ ਗਿਆ ਨਾ, ਇਸ ਤੋਂ ਉੱਪਰ ਕੋਈ ਸਵਰਗ ਨਹੀਂ ਹੈ, ਕੋਈ ਸਵਰਗ ਨਹੀਂ, ਇਸ ਤੋਂ ਉੱਪਰ ਕੋਈ ਜੰਨਤ ਨਹੀਂ ਹੈ। ਪਿਸ਼ਤ ਪੀਰ ਲਫ਼ਜ਼ ਕਮਾਏ ਅੰਦਾਜ਼ਾ, ਪੂਰਨ ਤੌਰ 'ਤੇ ਗੁਰੂ ਦੇ ਬਚਨਾਂ ਨੂੰ ਮੰਨਣਾ ਹੀ ਬੈਸਤ ਵਾ। ਪੀਰ ਲਫ਼ਜ਼ ਉਹਨਾਂ ਦੇ ਬਚਨ, ਕਮਾਏ ਅੰਦਾਜ਼ਾ ਪੂਰਨ ਤੌਰ 'ਤੇ। ਹੂਰ ਨੂਰ, ਆ ਵੇਖੋ ਇੱਕ ਵਾਰੀ ਬਾਣੀ 'ਚ ਹੂਰ ਦਾ ਜ਼ਿਕਰ ਆ ਗਿਆ। ਹੂਰ ਨੂਰ, ਰੱਬੀ ਪ੍ਰਕਾਸ਼, ਰੱਬੀ ਚਾਨਣ, ਇਹ ਤੇਰਾ ਹੂਰ ਹੋਵੇ। ਤੂੰ ਬਾਹਰੋਂ ਹੂਰਾਂ ਲੱਭਦਾ ਫਿਰਦਾ ਹੈ, ਇੱਥੇ ਹੂਰਾਂ ਦਾ ਮਾਰਿਆ, ਅੱਗੇ ਜਾ ਕੇ ਵੀ ਹੂਰਾਂ ਹੀ ਲੱਭੇਗਾ ਤੂੰ। ਸਾਹਿਬ ਕਹਿੰਦੇ ਨਾ 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 ਨਾ, ਹੂਰ ਨੂਰ, ਰੱਬੀ ਨੂਰ, ਤੇਰੀ ਹੂਰ ਹੋਵੇ। ਮੁਸ਼ਕ ਖੁਦਾਇਆ, ਉਹ ਕਹਿੰਦੇ ਉਹ ਜਿਹੜੀ ਨਦੀ ਵਗਦੀ ਉਹਦੇ ਵਿੱਚ ਬੜੀ ਸਮੈਲ ਵਾ। ਜਿਹੜੀ ਜੰਨਤ ਵਿੱਚ ਨਦੀ ਵਗਦੀ ਹੈ ਨਾ, ਜਿੱਥੋਂ ਹੂਰਾਂ ਨਿਕਲਦੀਆਂ ਨੇ,
ਉਹਦੇ ਨਾਲ ਦੀ ਸੁਗੰਧੀ ਧਰਤੀ ਤੇ ਹੈ ਹੀ ਨਹੀਂ ਹੈ। ਸਾਹਿਬ ਕਹਿੰਦੇ ਮੁਸ਼ਕ ਕਿਹੜੀ ਸੁਗੰਧੀ ਹੋਵੇ ਤੇਰੇ ਕੋ, ਤੂੰ ਤੇ ਬਾਹਰਲੀ ਸੁਗੰਧੀਆਂ ਤੇ ਮੋਹਿ ਤੋਂ ਨਾ। ਜੰਨਤ ਵਿੱਚੋਂ ਮੈਨੂੰ ਸੁਗੰਧੀ ਮਿਲੇਗੀ ਤੇ ਉਹ ਸੁਗੰਧੀ ਵਿੱਚੋਂ ਮੈਨੂੰ ਹੂਰ ਮਿਲੇਗੀ। ਸਾਹਿਬ ਕਹਿੰਦੇ ਮੁਸ਼ਕ ਖੁਦਾਇਆ ਬੰਦਗੀ, ਰੱਬ ਦੀ ਬੰਦਗੀ ਤੇਰੇ ਵਾਸਤੇ ਉਸ ਬੈਸ ਦੀ ਮੁਸ਼ਕ ਹੋਵੇ, ਸੁਗੰਧੀ ਹੋਵੇ। ਅੱਲੇ ਆਲਾ ਹੁਜਰਾ। ਤੇ ਆਓ ਕਬੀਰ ਸਾਹਿਬ ਨੇ ਉਹਨੂੰ, ਸਮਾਂ ਬੜੀ ਛੇਤੀ ਹੋ ਜਾਂਦਾ। ਕਬੀਰ ਸਾਹਿਬ ਨੇ ਇੱਕ ਦਿਨ ਰੱਬ ਨੂੰ ਕਿਹਾ ਕਿ ਰੱਬਾ ਮੈਨੂੰ ਬੜੇ ਤੰਗ ਕਰਦੇ ਨੇ, ਬੜੇ ਲਾਲਚ ਦਿੰਦੇ ਨੇ ਆਣ ਕੇ ਕਿ ਤੂੰ ਜੰਨਤ 'ਚ ਨਹੀਂ ਜਾਣਾ, ਤੂੰ ਸਾਡੇ ਬਚਨਾਂ ਨੂੰ ਨਹੀਂ ਮੰਨਦਾ, ਤੂੰ ਪੈਗੰਬਰ ਨੂੰ ਨਹੀਂ ਮੰਨਦਾ ਤੇ ਤੂੰ ਜੰਨਤ 'ਚ ਨਹੀਂ ਜਾਣਾ। ਫਿਰ ਰੱਬ ਨੂੰ ਪੁੱਛਿਆ ਇੱਕ ਦਿਨ ਕਬੀਰ ਨੇ, ਉਹ ਬਚਨ ਆਉਂਦਾ ਹੈ ਕਬੀਰ ਸਾਹਿਬ ਦਾ, ਜੋ ਤੁਮ ਮੋਕੋ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਵੋ। ਇਹ ਰੱਬਾ ਮੈਨੂੰ ਲੋਕਾਂ ਨੇ ਬੜਾ ਤੰਗ ਕੀਤਾ ਹੈ ਤੇ ਮੈਂ ਤੇ ਇਉਂ ਸਮਝਦਾ ਵਾਂ ਵੀ ਤੇਰੇ ਚਰਨਾਂ ਤੋਂ ਦੂਰ ਹੋਣ ਵਿੱਚ, ਅਗਰ ਦੂਰ ਹੋ ਜਾਈਏ ਤੇ ਕੋਈ ਜੰਨਤ ਨਹੀਂ ਹੈ। ਤੇਰੇ ਚਰਨਾਂ ਨਾਲ ਜੁੜ ਜਾਣਾ ਜੰਨਤਾਂ। ਤੇ ਦੱਸ ਹੁਣ ਤੂੰ ਮੈਨੂੰ ਦੱਸ, ਨਿਰਣਾ ਕਰ। ਜੋ ਤੁਮ ਮੋਕੋ ਦੂਰ ਕਰਤ ਹੋ, ਇਹ ਪਰਮੇਸ਼ਰ ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਦੂਰ ਕਰ ਦਵੇਂ ਤੋ ਤੁਮ ਮੁਕਤ ਬਤਾਵੋ, ਫਿਰ ਦੱਸ ਮੈਨੂੰ ਉਹ ਕਿਹੜੀ ਮੁਕਤੀ, ਤੇਰੇ ਚਰਨਾਂ ਤੋਂ ਬਿਨਾਂ ਵੀ ਕੋਈ ਇਸ ਧਰਤੀ ਉੱਤੇ ਮੁਕਤੀ ਹੈਗੀ ਮੈਨੂੰ ਦੱਸ। ਲੋਕੀ ਮੈਨੂੰ ਬੜਾ ਤੰਗ ਕਰਦੇ ਆ, ਜੇ ਹੈਗੀ ਕੋਈ ਤੇਰੇ ਚਰਨਾਂ ਤੋਂ ਬਿਨਾਂ ਕੋਈ ਵੱਖਰੀ ਕੋਈ ਜੰਨਤ ਬਹਿਸਤ ਤੇ ਮੈਨੂੰ ਦੱਸ, ਭਿਸਤ ਹੈ ਤੇ ਦੱਸ ਮੈਨੂੰ ਫਿਰ। ਹਾਂ, ਰਾਮ ਮੋਕੋ ਤਾਰ ਕਹਾਂ ਲੈ ਜਾਈਏ। ਐ ਰੱਬ ਮੈਂ ਤੇਰੇ ਚਰਨਾਂ ਤੋਂ ਛੁੱਟ ਕੇ ਕਿੱਥੇ ਜਾ ਸਕਦਾ, ਕਿਵੇਂ ਤਰ ਸਕਦਾ ਹੈ। ਸੋਧੋ ਮੁਕਤ ਕਹਾਂ ਦਿਓ ਕੈਸੀ, ਮੈਂ ਤੈਨੂੰ ਪੁੱਛਦਾ ਵਾਂ ਸੋਧੋ। ਐ ਰੱਬ, ਐ ਪਰਮੇਸ਼ਰ ਮੈਂ ਤੈਨੂੰ ਪੁੱਛਦਾ ਵਾਂ ਸੋਧੋ ਮੁਕਤ ਦਿਓ, ਸੋਧੋ ਮੁਕਤ ਕਹਾਂ ਦਿਓ ਕੈਸੀ। ਦੱਸ ਮੈਨੂੰ ਕਿ ਤੇਰੇ ਚਰਨਾਂ ਤੋਂ ਬਿਨਾਂ ਟੁੱਟ ਕੇ ਮੈਨੂੰ ਕੋਈ ਮੁਕਤੀ ਮਿਲ ਸਕਦੀ ਹੈ। ਤੇਰੇ ਚਰਨਾਂ ਤੋਂ ਵਿਛੜ ਕੇ ਮੈਨੂੰ ਕੋਈ ਜੰਨਤ ਮਿਲ ਸਕਦੀ ਹੈ। ਸੋਧੋ, ਇਹ ਸੋਧੋ ਸ਼ਬਦ ਇੱਕ ਵਾਰੀ ਬਾਣੀ 'ਚ ਆਉਂਦਾ ਹੈ। ਸੋਧੋ ਦਾ ਮਤਲਬ ਪੁੱਛਣਾ। ਮੈਂ ਤੈਨੂੰ ਪੁੱਛਦਾ ਹੈ ਐ ਪਰਮੇਸ਼ਰ, ਦੱਸ ਸੋਧੋ ਮੁਕਤ ਕਹਾਂ ਦਿਓ ਕੈਸੀ, ਕਿੱਦਾਂ ਦੀ ਮੁਕਤੀ ਦਿਓਗੇ ਤੁਸੀਂ ਮੈਨੂੰ। ਕਰ ਪ੍ਰਸਾਦ ਮੋਹਿ ਪਾਈ, ਇੱਕ ਤੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ ਮੈਂ ਤੇਰੇ ਚਰਨਾਂ ਨਾਲ ਜੁੜ ਬੈਠਾ ਵਾਂ ਤੇ ਮੈਂ ਇਹ ਸਮਝ ਬੈਠਾ ਵੀ ਇਸ ਤੋਂ ਵੱਡੀ ਕੋਈ ਜੰਨਤ ਨਹੀਂ ਹੈ। ਜੇ ਕੋਈ ਹੈ ਤੇ ਮੈਨੂੰ ਦੱਸ ਦੇ। ਤੇ ਰੱਬ ਨੇ ਆਖਿਆ ਵੀ ਨਹੀਂ, ਫਿਰ ਇਸ ਤੋਂ ਜਿਹੜੀ ਤੂੰ ਜੰਨਤ ਪ੍ਰਾਪਤ ਕਰ ਚੁੱਕਾ ਇਹ ਅਸਲੀ ਜੰਨਤ ਵਾ। ਜੋ ਤੁਮ ਮੋਕੋ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਵੋ। ਹਾਂਜੀ, ਏਕ ਅਨੇਕ ਹੋਏ ਰਹੋ ਸਰਬ ਅਸ ਅਬ ਕੈਸੇ ਭਰਮਾਵੋ। ਹੁਣ ਮੈਂ ਨਹੀਂ ਭਰਮਾਂ 'ਚ ਪੈਣਾ, ਇਹ ਪਏ ਨੇ ਭਰਮਾਂ 'ਚ। ਇਹ ਕਿਤੇ ਬਾਹਰ ਜੰਨਤ ਮੰਨ ਕੇ ਬੈਠੇ ਹੋਏ ਨੇ ਤੇ ਮੈਂ ਤਾਂ ਨਹੀਂ ਮੰਨਦਾ ਬਾਹਰ, ਮੈਂ ਤਾਂ ਬਾਹਰਲੀ ਜੰਨਤ ਨੂੰ ਰੱਦ ਪਿਆ ਕਰਦਾ ਹੈ। ਹਾਂਜੀ, ਕਿਆ ਨਰਕ ਕਿਆ ਸਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂੰ ਕੀ ਕਾਨ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਮੇਰੇ 'ਤੇ ਤਾਂ ਗੁਰੂ ਦੀ ਕਿਰਪਾ ਹੋਈ ਆ ਤੇ ਮੈਂ ਤੇ ਨਾਮ ਨਾਲ ਜੁੜ ਗਿਆ। ਮੰਨੇ ਪਾਵੇ ਮੋਖ ਦਵਾਰ। ਇਸ ਕਰਕੇ ਗੁਰਬਾਣੀ ਨੇ ਅਸਲੀ ਜਿਹੜੀ ਜੰਨਤ ਵਾ, ਸਵਰਗ ਵਾ, ਉਹ ਗੁਰੂ ਦੇ ਚਰਨ ਮੰਨੇ ਨੇ। ਗੁਰੂ ਕੇ ਚਰਨਾਂ ਦੇ ਉੱਪਰ ਕੋਈ ਜੰਨਤ ਨਹੀਂ ਹੈ। ਸਾਹਿਬ ਨੇ ਕਿਹਾ ਸੀ ਨਾ, ਮੱਕਾ ਮੇਰ ਰੋਜਾ ਪੈ ਖਾਕਾ, ਹੂਰ ਨੂਰ ਮੁਸ਼ਕ ਖੁਦਾਇਆ। ਬਸ ਜੁੜਨਾ ਹੀ ਮੁਸ਼ਕਲ ਵਾ। ਤੇ ਜਿਹੜਾ ਜੁੜ ਗਿਆ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜਗ ਭਵਜਲ ਜਾਏ ਸਾਰ, ਜਗ ਭਵਜਲ ਮਿਲ ਸਾਰ ਸੰਗ, ਗੁਰ ਬੋਇਥੇ ਚਾੜ ਤਰਾਇਆ। ਗੁਰੂ ਨੇ ਆਪਣੇ ਚਰਨਾਂ ਨਾਲ ਜੋੜ ਕੇ ਤੇ ਇਸ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਦੇਣਾ। ਬਸ ਇਹੀ ਜੰਨਤ ਆ, ਇਹੀ ਬਹਿਸਤ ਆ, ਇਸ ਤੋਂ ਉੱਪਰ ਕੋਈ ਨਹੀਂ ਹੈ। ਜਿਹੜੀ ਇਹਨਾਂ ਨੇ ਮੰਨੀ ਲਾਲਚ ਦੇ ਕੇ ਲੋਕਾਂ ਨੂੰ
ਭਰਮਾਉਂਦੇ ਨੇ ਭਰਮਾਈ ਹਨ। ਕਬੀਰ ਸਿੰਘ ਅਬ ਕੈਸੇ ਭਰਮਾਵੋ, ਮੈਂ ਨਹੀਂ ਇਹਨਾਂ ਦੀ ਜੰਨਤ ਨੂੰ ਮੰਨਦਾ। ਹੁਣ ਆਪਾਂ ਅਗਲੇ ਆਉਣ ਵਾਲੇ ਸਮੇਂ 'ਚ ਇਸ ਤੁਕ ਦੀ ਤਾਂ ਆਪਾਂ ਬੜੀ ਵਿਆਖਿਆ ਕਰ ਚੁੱਕੇ ਹਾਂ। ਮੰਨੇ ਪਾਵੇ ਮੋਖ ਦਵਾਰ, ਬੜੀ ਵਿਆਖਿਆ ਹੋ ਚੁੱਕੀ ਇਸ ਦੀ। ਆਉਣ ਵਾਲੇ ਸਮੇਂ 'ਚ ਆਪਾਂ ਹੁਣ ਅਗਲੀ ਤੁਕ ਲੈਣੀ ਆ ਕਿ ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਪਵੇ ਨ ਭਿਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਅਗਲੀ ਤੁਕ ਲਵਾਂਗੇ ਆਪਾਂ ਕਿ ਮੰਨੇ ਪਾਵੇ ਮੋਖ ਦਵਾਰ, ਤੇ ਉਸ ਤੋਂ ਅਗਲੀ ਲਵਾਂਗੇ ਮੰਨੇ ਪਰਵਾਰੇ ਸਾਧਾਰ। ਇਹ ਵਾ ਅਗਲੀ ਤੁਕ। ਆਉਣ ਵਾਲੇ ਸਮੇਂ 'ਚ ਇਸ 'ਤੇ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।